ਮੈਨੂੰ ਇਸ ਗੱਲ ਦਾ ਬੜਾ ਫਕਰ ਆ ਕਿ ਮੈਨੂੰ ਇਸ ਦੇਸ਼ ਦੀ ਰਾਜਧਾਨੀ ਦੇ ਅੰਦਰ ਦੋ ਵਾਰਾਂ ਦਿੱਲੀ ਦੇ ਲੋਕਾਂ ਨੇ ਐਮਐਲਏ ਵੀ ਬਣਾ ਕੇ ਭੇਜਿਆ ਔਰ ਦਿੱਲੀ ਤੋਂ ਹੀ ਮੈਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੇ ਰੂਪ ਅੰਦਰ, ਜਨਰਲ ਸਕੱਤਰ ਦੇ ਰੂਪ ਅੰਦਰ ਔਰ ਫਿਰ ਪ੍ਰਧਾਨ ਦੇ ਰੂਪ ਅੰਦਰ ਸੇਵਾ ਕਰਨ ਦਾ ਮੌਕਾ ਮਿਲਿਆ। ਪਰ ਅੱਜ ਜੋ ਸਾਡੇ ਦੇਸ਼ ਦੇ ਅੰਦਰ ਸਿੱਖ ਨੇ, ਉਹ ਭਾਵੇਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਹੋਣ, ਹਰੇਕ ਦੇ ਬਹੁਤ ਸਾਰੇ ਮੁੱਦੇ ਖੜੇ ਨੇ ਔਰ ਉਹਨਾਂ ਮੁੱਦਿਆਂ ਦੇ ਹੱਲ ਦੇ ਵਾਸਤੇ ਜਦੋਂ ਅਸੀਂ ਕਿਸੇ ਦੀ ਆਵਾਜ਼ ਬੁਲੰਦ ਕਰਦੇ ਕੋ ਆਵਾਜ਼ ਚੁੱਕਦੇ ਹਾਂ ਤੇ ਸਭ ਤੋਂ ਪਹਿਲਾਂ ਜ਼ਰੂਰਤ ਪੈਂਦੀ ਆ ਉਹ ਸਰਕਾਰ ਦੀ ਜਿਹੜੇ ਮਸਲੇ ਹੱਲ ਕਰ ਸਕਦੀ ਆ। ਮੈਂ ਅੱਜ ਕਿਉਂਕਿ ਹਮੇਸ਼ਾ ਹੀ ਸਿੱਖ ਮੁੱਦਿਆਂ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਰੱਖਿਆ ਹੈ। ਮੈਂ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਦੇਸ਼ ਭਰ ਦੇ ਸਿੱਖਾਂ ਦੇ ਕੁਝ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ, ਮੈਨੂੰ ਇਸ ਗੱਲ ਦੀ ਬੜੀ ਪ੍ਰਸੰਨਤਾ ਹੋਈ, ਬੜੀ ਖੁਸ਼ੀ ਹੋਈ ਕਿ ਨਾ ਕੇਵਲ ਉਹਨਾਂ ਨੇ ਬਲਕਿ ਉਹਨਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਾ ਕੇ ਇਸ ਗੱਲ ਨੂੰ ਕਿਹਾ ਕਿ ਮੈਂ ਇਹ ਸਾਰੇ ਮਸਲੇ ਅਸੀਂ ਹੱਲ ਕਰਨਾ ਚਾਹੁੰਦੇ ਹਾਂ। ਅੱਜ ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਆਪਣੇ ਆਪ ਨੂੰ ਮੁਕਤ ਕੀਤਾ ਕਿਉਂਕਿ ਉੱਥੇ ਵੀ ਮੈਨੂੰ ਬਹੁਤ ਮਾਣ ਮਿਲਿਆ ਔਰ ਮੈਂ ਨਹੀਂ ਚਾਹੁੰਦਾ ਸੀ ਕਿ ਸੰਦੇਸ਼ ਇਹ ਜਾਵੇ ਕਿ ਸ਼ਾਇਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਬਚਾਉਣ ਲਈ ਜਾਂ ਕੁਰਸੀਆਂ ਬਚਾਉਣ ਵਾਸਤੇ ਮੈਂ ਇਹ ਪਾਰਟੀ ਨੂੰ ਜੁਆਇਨ ਕਰ ਰਿਹਾ, ਪਰ ਮੈਂ ਸਮਰਪਿਤ ਹੋ ਕੇ ਆਪਣੀ ਕੌਮ ਦੇ ਪਿੱਛੇ, ਆਪਣੀ ਕਮਿਊਨਿਟੀ ਦੀ ਗੱਲ ਵਾਸਤੇ, ਕਿਉਂਕਿ ਦੇਸ਼ ਦੇ ਅੰਦਰ 70 ਸਾਲ ਤੋਂ ਜਿਹੜੇ ਮੁੱਦੇ ਅੱਜ ਵੀ ਖੜੇ ਨੇ, ਭਾਵੇਂ ਉਹ ਡੋਂਗਮਾਰ ਗੁਰਦੁਆਰਾ ਸਿੱਕੇ ਮੰਦਰ ਹੋਵੇ, ਭਾਵੇਂ ਉਹ ਸ਼ਿਲੌਂਗ ਦੇ ਸਿੱਖਾਂ ਦਾ ਮਸਲਾ ਹੋਵੇ ਜਾਂ ਸ਼੍ਰੀਨਗਰ ਦੇ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਸਿੱਖਾਂ ਦਾ ਮਸਲਾ ਹੋਵੇ ਜਿੱਥੇ ਉਹਨਾਂ ਨੂੰ ਅੱਜ ਤੱਕ ਨੌਕਰੀਆਂ 'ਚ ਰਿਜ਼ਰਵੇਸ਼ਨ ਨਹੀਂ ਮਿਲੇ, ਉਹਨਾਂ ਦੇ ਹੱਕ ਨਹੀਂ ਮਿਲੇ, ਜਾਂ ਮੱਧ ਪ੍ਰਦੇਸ਼ ਦੇ ਅੰਦਰ ਸਿਕਲੀ ਕਰ ਸਿੱਖਾਂ ਦਾ ਮਸਲਾ ਹੋਵੇ ਜਾਂ ਅਸਾਮ ਦੇ ਅਸਾਮੀ ਸਿੱਖਾਂ ਦਾ ਮਸਲਾ ਹੋਵੇ। ਸਾਡੀ ਕੌਮ ਦੇ ਵਾਸਤੇ ਅੱਗੇ ਵਧਣ ਵਾਸਤੇ ਸਿੱਖਿਆ ਬਹੁਤ ਜ਼ਰੂਰੀ ਆ। ਜਦੋਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਔਰ ਗ੍ਰਹਿ ਮੰਤਰੀ ਜੀ ਨੇ ਇੱਕ ਗੱਲ ਕਹੀ, 70 ਸਾਲ ਹੋ ਗਏ ਦੇਸ਼ ਦੇ ਅੰਦਰ, ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿੰਨਾ ਵੱਡਾ ਸਿੱਖਾਂ ਦਾ ਯੋਗਦਾਨ ਆ, ਮੈਂ ਸਾਰਿਆਂ ਦਾ, ਪਰ ਮੈਂ ਜ਼ਰੂਰ ਕਹਿ ਸਕਦਾ ਕਿਉਂਕਿ ਮੈਂ ਉਸ ਕਮਿਊਨਿਟੀ ਨੂੰ ਬਿਲੋਂਗ ਕਰਦਾ, ਮੈਨੂੰ ਫਕਰ ਹੈ ਇਸ ਗੱਲ ਦਾ। ਪਰ ਅੱਜ ਤੱਕ ਵੀ ਉਹਨਾਂ ਦੇ ਵਾਸਤੇ ਦਿੱਲੀ ਦੀ ਦੇਸ਼ ਦੀ ਰਾਜਧਾਨੀ ਹੈ, ਇਸ ਰਾਜਧਾਨੀ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ਹਾਦਤ ਹੋਈ, ਜਿਸ ਰਾਜਧਾਨੀ ਤੇ ਜਿਸ ਰਾਜਧਾਨੀ 'ਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ, ਔਰ ਉਸੇ ਹੀ ਰਾਜਧਾਨੀ ਦੇ ਉੱਤੇ ਕਿਸੇ ਵੇਲੇ ਬਾਬਾ ਬਗੇਲ ਸਿੰਘ ਜੀ ਨੇ, ਬਾਬਾ ਜੱਸਾ ਸਿੰਘ ਆਹਲੂਵਾਲੀਆ ਔਰ ਬਾਬਾ ਜੱਸਾ ਸਿੰਘ ਰਾਮਗੜ੍ਹੀ ਨੇ ਆਪਣਾ ਪਰਚਮ ਲਹਿਰਾਇਆ ਸੀ। ਉਸ ਰਾਜਧਾਨੀ ਦੇ ਅੰਦਰ ਅੱਜ ਤੱਕ ਵੀ ਦਿੱਲੀ ਦੇ ਲੋਕਾਂ, ਸਿੱਖਾਂ ਦੇ ਵਾਸਤੇ ਇੱਕ ਯੂਨੀਵਰਸਿਟੀ ਅਸੀਂ 70 ਸਾਲ 'ਚ ਨਹੀਂ ਬਣਾ ਸਕੇ। ਮੈਨੂੰ ਲੱਗਦਾ ਕਿ ਸਾਡੀ ਆਪਣੀ ਲੀਡਰਸ਼ਿਪ ਦੀ ਕਮੀ ਆ, ਸਾਡੀ ਕਮਜ਼ੋਰੀ ਆ। दिल्ली सिख गुरुद्वारा मैनेजमेंट कमेटी के माध्यम से देश भर में, दुनिया भर में मानवता की सेवा, देश की सेवा और हमारे पंथ की सेवा, हर उस जगह पर जहाँ पे भी हमारी इस कम्युनिटी को ज़रूरत पड़ी, हमने वो पूरे देश के अंदर जाके अपने लोगों की आवाज़ को बुलंद किया। ਮੈਨੂੰ ਇਸ ਗੱਲ ਦਾ ਬੜਾ ਫਕਰ ਆ ਕਿ ਮੈਨੂੰ ਇਸ ਦੇਸ਼ ਦੀ ਰਾਜਧਾਨੀ ਦੇ ਅੰਦਰ ਦੋ ਵਾਰਾਂ ਦਿੱਲੀ ਦੇ ਲੋਕਾਂ ਨੇ ਐਮਐਲਏ ਵੀ ਬਣਾ ਕੇ ਭੇਜਿਆ ਔਰ ਦਿੱਲੀ ਤੋਂ ਹੀ ਮੈਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੇ ਰੂਪ ਅੰਦਰ, ਜਨਰਲ ਸਕੱਤਰ ਦੇ ਰੂਪ ਅੰਦਰ ਔਰ ਫਿਰ ਪ੍ਰਧਾਨ ਦੇ ਰੂਪ ਅੰਦਰ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਚਾਹੇ ਮਾਨਵਤਾ ਦੀ ਸੇਵਾ ਦੀ ਗੱਲ ਹੋਵੇ, ਦੇਸ਼ ਔਰ ਦੁਨੀਆ ਦੇ ਅੰਦਰ ਸਿੱਖੀ ਦਾ ਪਰਚਮ ਲਹਿਰਾਉਣਾ ਹੋਵੇ, ਦੇਸ਼ ਨੂੰ ਇਹ ਦੱਸਣਾ ਹੋਵੇ, ਦੁਨੀਆ ਨੂੰ ਦੱਸਣਾ ਹੋਵੇ ਸਿੱਖ ਕੌਣ ਆ, ਸਿੱਖਾਂ ਦੀ ਕੀ ਪਰੰਪਰਾ ਹੈ ਔਰ ਕੀ ਮਾਨਵਤਾ ਦੀ ਸੇਵਾ ਕਰਨ ਦਾ ਜਜ਼ਬਾ ਸਿੱਖ ਰੱਖਦੇ ਨੇ, ਪੂਰੇ ਦੇਸ਼ ਔਰ ਦੁਨੀਆ ਨੇ ਇਸ ਗੱਲ ਨੂੰ ਮੰਨਿਆ ਔਰ ਦੇਸ਼ ਔਰ ਦੁਨੀਆ ਦੇ ਅੰਦਰ ਇਹ ਮਾਨਵਤਾ ਦੀ ਸੇਵਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ, ਜਿਸ ਦੀ ਬਾਅਦ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਟਵੀਟ ਕਰਕੇ ਔਰ ਦਿੱਲੀ ਦੀ ਪੁਲਿਸ ਨੇ ਵੀ ਸਾਰੇ ਗੁਰੂ ਘਰਾਂ ਦੀ ਆਰਾਧਨਾ ਕਰਦੇ ਹੋਏ ਧੰਨਵਾਦ ਕੀਤਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੰਬੇ ਸਮੇਂ ਤੱਕ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਇੰਸ ਪਾਰਟਨਰ ਰੂਪ 'ਚ ਰਹੇ ਔਰ ਦੇਸ਼ ਦੇ ਅੰਦਰ ਜਦੋਂ ਵੀ ਕੋਈ ਸਿੱਖ ਮੁੱਦਾ, ਕੋਈ ਪੰਜਾਬੀਅਤ ਦੀ ਗੱਲ ਦਾ ਮਸਲਾ ਖੜਾ ਹੁੰਦਾ ਸੀ ਤੇ ਸਾਡੀ ਭਾਈਚਾਰਕ ਸਾਂਝ ਜਿਹੜੀ ਸੀ ਜਿਸ ਪਾਰਟੀ ਨਾਲ ਸੀ, ਉਹਦੇ ਮਾਧਿਅਮ ਤੋਂ ਹਮੇਸ਼ਾ ਹੀ ਇਸ ਲੜਾਈ ਨੂੰ ਲੜਦੇ ਆਏ। ਪਰ ਅੱਜ ਜੋ ਸਾਡੇ ਦੇਸ਼ ਦੇ ਅੰਦਰ ਸਿੱਖ ਨੇ, ਉਹ ਭਾਵੇਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਹੋਣ, ਹਰੇਕ ਦੇ ਬਹੁਤ ਸਾਰੇ ਮੁੱਦੇ ਖੜੇ ਨੇ ਔਰ ਉਹਨਾਂ ਮੁੱਦਿਆਂ ਦੇ ਹੱਲ ਦੇ ਵਾਸਤੇ ਜਦੋਂ ਅਸੀਂ ਕਿਸੇ ਦੀ ਆਵਾਜ਼ ਬੁਲੰਦ ਕਰਦੇ ਕੋ ਆਵਾਜ਼ ਚੁੱਕਦੇ ਹਾਂ ਤੇ ਸਭ ਤੋਂ ਪਹਿਲਾਂ ਜ਼ਰੂਰਤ ਪੈਂਦੀ ਆ ਉਹ ਸਰਕਾਰ ਦੀ ਜਿਹੜੇ ਮਸਲੇ ਹੱਲ ਕਰ ਸਕਦੀ ਆ। ਮੈਂ ਅੱਜ ਕਿਉਂਕਿ ਹਮੇਸ਼ਾ ਹੀ ਸਿੱਖ ਮੁੱਦਿਆਂ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਰੱਖਿਆ ਹੈ। ਮੈਂ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਦੇਸ਼ ਭਰ ਦੇ ਸਿੱਖਾਂ ਦੇ ਕੁਝ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ, ਮੈਨੂੰ ਇਸ ਗੱਲ ਦੀ ਬੜੀ ਪ੍ਰਸੰਨਤਾ ਹੋਈ, ਬੜੀ ਖੁਸ਼ੀ ਹੋਈ
ਕਿ ਨਾ ਕੇਵਲ ਉਹਨਾਂ ਨੇ ਬਲਕਿ ਉਹਨਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਾ ਕੇ ਇਸ ਗੱਲ ਨੂੰ ਕਿਹਾ ਕਿ ਮੈਂ ਇਹ ਸਾਰੇ ਮਸਲੇ ਅਸੀਂ ਹੱਲ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਸਭ ਤੋਂ ਦੇਸ਼ ਦਾ ਗੌਰਵਮਈ ਕੌਮ ਆ ਸਿੱਖ ਕੌਮ, ਜਿਸ ਦੇ ਉੱਤੇ ਪੂਰੀ ਦੁਨੀਆ ਨੂੰ ਮਾਣ ਆ, ਸਾਨੂੰ ਵੀ ਮਾਣ ਆ, ਇਹਨਾਂ ਦਾ ਹਰ ਮਸਲਾ ਹੱਲ ਹੋਣਾ ਚਾਹੀਦਾ ਹੈ। ਔਰ ਮੈਂ ਅੱਜ ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਆਪਣੇ ਆਪ ਨੂੰ ਮੁਕਤ ਕੀਤਾ, ਕਿਉਂਕਿ ਉੱਥੇ ਵੀ ਮੈਨੂੰ ਬਹੁਤ ਮਾਣ ਮਿਲਿਆ। ਔਰ ਮੈਂ ਨਹੀਂ ਚਾਹੁੰਦਾ ਸੀ ਕਿ ਸੰਦੇਸ਼ ਇਹ ਜਾਵੇ ਕਿ ਸ਼ਾਇਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਬਚਾਉਣ ਲਈ ਜਾਂ ਕੁਰਸੀਆਂ ਬਚਾਉਣ ਵਾਸਤੇ ਮੈਂ ਇਹ ਪਾਰਟੀ को ਜੁਆਇਨ ਕਰ ਰਿਹਾ, ਪਰ ਮੈਂ ਸਮਰਪਿਤ ਹੋ ਕੇ ਆਪਣੀ ਕੌਮ ਦੇ ਪਿੱਛੇ, ਆਪਣੀ ਕਮਿਊਨਿਟੀ ਦੀ ਗੱਲ ਵਾਸਤੇ, ਕਿਉਂਕਿ ਦੇਸ਼ ਦੇ ਅੰਦਰ 70 ਸਾਲ ਤੋਂ ਜਿਹੜੇ ਮੁੱਦੇ ਅੱਜ ਵੀ ਖੜੇ ਨੇ, ਭਾਵੇਂ ਉਹ ਡੋਂਗਮਾਰ ਗੁਰਦੁਆਰਾ ਸਿੱਕੇ ਮੰਦਰ ਹੋਵੇ, ਭਾਵੇਂ ਉਹ ਸ਼ਿਲੌਂਗ ਦੇ ਸਿੱਖਾਂ ਦਾ ਮਸਲਾ ਹੋਵੇ, ਜਾਂ ਸ਼੍ਰੀਨਗਰ ਦੇ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਸਿੱਖਾਂ ਦਾ ਮਸਲਾ ਹੋਵੇ, ਜਿੱਥੇ ਉਹਨਾਂ ਨੂੰ ਅੱਜ ਤੱਕ ਨੌਕਰੀਆਂ 'ਚ ਰਿਜ਼ਰਵੇਸ਼ਨ ਨਹੀਂ ਮਿਲੇ, ਉਹਨਾਂ ਦੇ ਹੱਕ ਨਹੀਂ ਮਿਲੇ, ਜਾਂ ਮੱਧ ਪ੍ਰਦੇਸ਼ ਦੇ ਅੰਦਰ ਸਿਕਲੀ ਕਰ ਸਿੱਖਾਂ ਦਾ ਮਸਲਾ ਹੋਵੇ, ਜਾਂ ਅਸਾਮ ਦੇ ਅਸਾਮੀ ਸਿੱਖਾਂ ਦਾ ਮਸਲਾ ਹੋਵੇ, ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸਮਾਗਮ ਕਰਕੇ ਦੇਸ਼ ਔਰ ਦੁਨੀਆ ਨੂੰ ਉਹਨਾਂ ਦੀ ਸੋਚ ਔਰ ਉਹਨਾਂ ਦੀ ਮਾਨਵਤਾ ਦੇ ਪ੍ਰਤੀ ਸੇਵਾਵਾਂ ਦੀ ਜਾਣਕਾਰੀ ਦੇਣੀ ਹੋਵੇ। ਮੈਂ ਇਹ ਸਾਰੀਆਂ ਗੱਲਾਂ, ਔਰ ਮੈਂ ਖਾਸ ਤੌਰ 'ਤੇ ਅੱਜ ਗੱਲ ਜ਼ਰੂਰ ਹੋਰ ਯਾਦ ਕਰਾਉਣਾ ਚਾਹੁੰਦਾ, ਜਦੋਂ ਮੈਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਸਾਡੀ ਕੌਮ ਦੇ ਵਾਸਤੇ ਅੱਗੇ ਵਧਣ ਵਾਸਤੇ ਸਿੱਖਿਆ ਬਹੁਤ ਜ਼ਰੂਰੀ ਆ। ਜਦੋਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਔਰ ਗ੍ਰਹਿ ਮੰਤਰੀ ਜੀ ਨੂੰ ਇੱਕ ਗੱਲ ਕਹੀ, 70 ਸਾਲ ਹੋ ਗਏ ਦੇਸ਼ ਦੇ ਅੰਦਰ, ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿੰਨਾ ਵੱਡਾ ਸਿੱਖਾਂ ਦਾ ਯੋਗਦਾਨ ਆ, ਮੈਂ ਸਾਰਿਆਂ ਦਾ, ਪਰ ਮੈਂ ਜ਼ਰੂਰ ਕਹਿ ਸਕਦਾ ਕਿਉਂਕਿ ਮੈਂ ਉਸ ਕਮਿਊਨਿਟੀ ਨੂੰ ਬਿਲੋਂਗ ਕਰਦਾ, ਮੈਨੂੰ ਫਖਰ ਹੈ ਇਸ ਗੱਲ ਦਾ। ਪਰ ਅੱਜ ਤੱਕ ਵੀ ਉਹਨਾਂ ਦੇ ਵਾਸਤੇ ਦਿੱਲੀ ਦੀ ਦੇਸ਼ ਦੀ ਰਾਜਧਾਨੀ ਹੈ। ਇਸ ਰਾਜਧਾਨੀ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ਹਾਦਤ ਹੋਈ, ਜਿਸ ਰਾਜਧਾਨੀ 'ਚ ਜਿਸ ਰਾਜਧਾਨੀ 'ਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ, ਔਰ ਉਸੇ ਹੀ ਰਾਜਧਾਨੀ ਦੇ ਉੱਤੇ ਕਿਸੇ ਵੇਲੇ ਬਾਬਾ ਬਘੇਲ ਸਿੰਘ ਜੀ ਨੇ, ਬਾਬਾ ਜੱਸਾ ਸਿੰਘ ਆਹਲੂਵਾਲੀਆ ਔਰ ਬਾਬਾ ਜੱਸਾ ਸਿੰਘ ਰਾਮਗੜ੍ਹੀ ਨੇ ਆਪਣਾ ਪਰਚਮ ਲਹਿਰਾਇਆ ਸੀ। ਉਸ ਰਾਜਧਾਨੀ ਦੇ ਅੰਦਰ ਅੱਜ ਤੱਕ ਵੀ ਦਿੱਲੀ ਦੇ ਲੋਕਾਂ ਸਿੱਖਾਂ ਦੇ ਵਾਸਤੇ ਇੱਕ ਯੂਨੀਵਰਸਿਟੀ ਅਸੀਂ 70 ਸਾਲ 'ਚ ਨਹੀਂ ਬਣਾ ਸਕੇ। ਮੈਨੂੰ ਲੱਗਦਾ ਕਿ ਸਾਡੀ ਆਪਣੀ ਲੀਡਰਸ਼ਿਪ ਦੀ ਕਮੀ ਆ, ਸਾਡੀ ਕਮਜ਼ੋਰੀ ਆ। ਕਿਆ ਮਸਲੇ ਹੁਣ ਦੇਸ਼ ਦੇ ਸਰਹੱਦਾਂ ਤੇ ਲੜਨ ਵਾਲੇ ਅਸੀਂ ਲੋਕ ਹੋਈ ਔਰ ਉਹ ਮਸਲੇ ਸਾਡੇ ਤੋਂ ਹੱਲ ਨਾ ਹੋਣ। ਮੈਂ ਜਿਸ ਵਚਨਬੰਧਤਾ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਜੀ ਨਾਲ ਗੱਲ ਕਰਕੇ ਔਰ ਪ੍ਰਧਾਨ ਮੰਤਰੀ ਜੀ ਨਾਲ ਮੈਂ ਇਹ ਪਾਰਟੀ ਨੂੰ ਜੁਆਇਨ ਕੀਤਾ, ਉਹਦਾ ਇੱਕ ਮਕਸਦ ਆ 70 ਸਾਲਾਂ ਤੋਂ ਹੋਏ ਉਹ ਮਸਲੇ ਜਿਹੜੇ ਅੱਜ ਤੱਕ ਖੜੇ ਸੀ ਉਹ ਬਹੁਤ ਜਲਦੀ ਹੱਲ ਹੁੰਦੇ ਦਿਖਣਗੇ ਤੁਹਾਨੂੰ, ਭਾਵੇਂ ਉਹ ਡਾਂਗਮਾਰ ਗੁਰਦੁਆਰਾ ਸਾਹਿਬ ਦਾ ਹੋਵੇ, ਜਾਂ ਸਿੱਕਿਮ ਦੇ ਸਿੱਖਾਂ ਦਾ ਹੋਵੇ, ਜਾਂ ਗਿਆਨ ਗੋਦੜੀ ਦੇ ਗੁਰੂ ਘਰ ਦਾ ਮਸਲਾ ਹੋਵੇ। ਇਹ ਜਿੰਨੇ ਵੀ ਮਸਲੇ ਨੇ ਕੁਝ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਤੁਹਾਨੂੰ ਇਹ ਸਾਰੇ ਮਸਲੇ ਹੱਲ ਹੁੰਦੇ ਦਿਖਣਗੇ। ਮੈਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਸਾਰੇ ਹੀ ਸਾਥੀਆਂ ਦਾ ਜਿਨ੍ਹਾਂ ਨੇ ਹਰ ਮੌਕੇ ਤੇ ਮੇਰਾ ਸਾਥ ਦਿੱਤਾ ਹੈ, ਔਰ ਇਸ ਲੜਾਈ ਨੂੰ ਹਮੇਸ਼ਾ ਜਿੱਤਣ ਵਾਸਤੇ ਔਰ ਇਸ ਲੜਾਈ ਦੇ ਅੰਦਰ ਹਮੇਸ਼ਾ ਫਤਿਹ ਵਾਸਤੇ ਮੈਂ ਆਪਣੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੋਂ ਸਾਨੂੰ ਬਹੁਤ ਕੁਝ ਮਿਲਿਆ ਹੈ, ਉਸ ਮਾਲਕ ਦੇ ਦਰ ਦਾ ਧੰਨਵਾਦ ਕਰਦਾ। ਇੱਕ ਵਚਨਬੱਧਤਾ ਕਰਦਾ ਹੈ ਕਿ ਜਿੰਨੀ ਸ਼ਿੱਦਤ ਦੇ ਨਾਲ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਰਹਿ ਕੇ ਆਪਣੀ ਕੌਮ ਦੀ ਗੱਲ ਕੀਤੀ, ਅੱਜ ਇਸ ਵੱਡੀ ਦੇਸ਼ ਦੀ ਸਰਕਾਰ ਦੇ ਮਾਧਿਅਮ ਤੋਂ, ਖਾਸ ਤੌਰ ਤੇ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਔਰ ਪ੍ਰਧਾਨ ਮੰਤਰੀ ਜੀ ਔਰ ਦੇਸ਼ ਦੇ ਵੱਡੇ ਵਜ਼ੀਰ ਤੁਹਾਡੀ ਉਹਨਾਂ ਜੋ ਤੁਹਾਡੇ ਸੋਚ ਹੋਵੇ, ਜੋ ਤੁਹਾਡੇ ਮੰਗ ਹੋਵੇ, ਜੋ ਤੁਹਾਡੇ ਕੌਮ ਦੇ ਮਸਲੇ ਹੋ, ਉਹਨੂੰ ਹੱਲ ਕਰਨ ਨੂੰ ਬੈਠੇ ਹੋਣ, ਤਾਂ ਮੈਂ ਜ਼ਰੂਰ ਕਹਿ ਸਕਦਾ ਹਾਂ ਜਿੰਨੀ ਕੁ ਅੱਗੇ ਸ਼ਿੱਦਤ ਨਾਲ ਲੜ ਰਹੇ ਸੀ, ਜਿੰਨੀ ਕੁ ਸ਼ਿੱਦਤ ਨਾਲ ਮਸਲਿਆਂ ਲਈ ਖੜੇ ਹੁੰਦੇ ਸੀ, ਉਸ ਤੋਂ 10 ਗੁਣਾ ਤਾਕਤ ਦੇ ਨਾਲ ਆਪਣੀ ਕੌਮ ਦੇ ਮਸਲੇ ਹੱਲ ਕਰਨ ਵਾਸਤੇ ਅਸੀਂ ਖੜੇ ਹੋਵਾਂਗੇ। ਮੈਂ ਫਿਰ ਤੋਂ ਸਭ ਦਾ ਧੰਨਵਾਦ ਕਰਦਾ, ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ, ਦੇਸ਼ ਦੇ ਗ੍ਰਹਿ ਮੰਤਰੀ ਜੀ ਦਾ, ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਸਾਹਿਬ ਦਾ, ਔਰ ਮੇਰੇ ਨਾਲ ਬੈਠੇ ਹੋਏ ਸਾਰੇ ਹੀ ਦੇਸ਼ ਦੇ ਵੱਡੇ ਵਜ਼ੀਰਾਂ ਦਾ ਵੀ ਮੈਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ। ਮੀਡੀਆ ਦੇ ਸਾਰੇ ਬੰਦਿਆਂ ਦਾ ਧੰਨਵਾਦ ਕਰਦਾ। ਔਰ ਮੈਂ ਇਹ ਵੀ ਜ਼ਰੂਰ ਸਭ ਨੂੰ ਇੱਕ ਜਾਣਕਾਰੀ ਜ਼ਰੂਰ ਦੇਣਾ ਚਾਹੁੰਦਾ ਕਿ ਜੋ ਪ੍ਰਬੰਧ ਅਸੀਂ 3 ਸਾਲ ਤੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚਲਾਏ ਨੇ, ਉਹ ਪ੍ਰਬੰਧ ਵੀ ਪੂਰੀ ਦੁਨੀਆ ਦੇ ਅੰਦਰ ਵਾਹਦ ਪਹਿਲੀ ਵਾਰ ਇਸ ਤਰੀਕੇ ਹੋਇਆ ਕਿ ਏਡੀ ਵੱਡੀ ਮਹਾਮਾਰੀ ਦੇ ਦੌਰਾਨ ਦੇਸ਼ ਦੇ ਵੱਡੇ ਤੋਂ ਵੱਡੀ ਸੰਸਥਾ ਨੇ ਇਸ ਗੱਲ ਦੀ ਵਡਿਆਈ ਦਿੱਤੀ ਔਰ ਵਧਾਈ ਦਿੱਤੀ ਕਿ ਸਿੱਖਾਂ ਦੀ ਸੱਚੀ ਸੇਵਾ ਕੀ ਆ। ਔਰ ਉਹਦੇ ਵਾਸਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹੋਏ ਅੱਜ ਫਿਰ ਤੁਹਾਡੇ ਸਾਰੀ ਸੰਗਤ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਅਸੀਂ ਮਿਲ ਕੇ ਦੇਸ਼ ਦੀ ਇੱਕ ਸਰਕਾਰ ਦੇ ਨਾਲ ਜਿਹੜੀ ਟਕਰਾਅ ਦੀ ਗੱਲ ਬਾਰ-ਬਾਰ ਕੀਤੀ ਜਾਂਦੀ ਸੀ, ਉਹ ਤੋਂ ਪਰਾਂ ਹੋ ਸਕੀਏ, ਜਿਹੜੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਂਦੀ ਸੀ, ਉਹਨੂੰ ਨੇੜੇ ਲਿਆ ਸਕੀਏ। ਤੇ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਣੀ ਆ, ਇੱਕ ਸਮਾਂ ਉਹ ਸੀ ਜਦੋਂ ਹਰ ਦਿੱਲੀ ਦਾ ਹੋਵੇ ਜਾਂ ਦੇਸ਼ ਦੀ ਨਾਰਥ ਇੰਡੀਆ ਦੀ ਅਗਰ ਖਾਸ ਤੌਰ ਤੇ ਗੱਲ ਕਰਾਂ, ਹਿੰਦੂ ਪਰਿਵਾਰ ਆਪਣੇ ਵੱਡੇ ਬੱਚੇ ਨੂੰ ਸਿੱਖ ਬਣਾਉਂਦਾ ਸੀ। ਇਸ ਪਰੰਪਰਾ ਨੂੰ ਸਾਡੇ ਕੁਝ ਸਿਆਸੀ ਲੋਕਾਂ ਨੇ ਆਪਣੀ ਸਿਆਸੀ ਲੋੜਾਂ ਦੇ ਅੰਦਰ
ਇਸ ਨੂੰ ਖਤਮ ਕਰ ਦਿੱਤਾ। ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਦੁਬਾਰਾ ਉੱਥੇ ਲੈ ਕੇ ਖੜਾ ਕਰਨਾ ਔਰ ਇਸ ਸੁਨਹਿਰੀ ਮੁਲਕ ਦੇ ਅੰਦਰ ਸੁਨਹਿਰੀ ਤਰੀਕੇ ਨਾਲ ਅਸੀਂ ਚਮਕੀਏ, ਉਹਦੇ ਵਾਸਤੇ ਅਸੀਂ ਇਕਜੁੱਟ ਹੋ ਕੇ ਕੰਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप सभी लोगों का बहुत बहुत धन्यवाद।